ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਬਰਮਿੰਘਮ ਦੀ ਗੱਲ ਹੈ ਇਹ ਕਿ ਇਸੇ ਗੁਰਦੁਆਰੇ ਵਿੱਚ ਜਿਹੜਾ ਸਮੈਥਵਿਕ ਮੈਂ ਤੁਹਾਨੂੰ ਪਹਿਲੇ ਹਿੱਸੇ 'ਚ ਦੱਸਿਆ ਸੀ, ਇਸੇ ਗੁਰਦੁਆਰੇ ਵਿੱਚ ਜਦੋਂ ਮੈਂ ਇੱਕ ਹਫ਼ਤਾ ਕਥਾ ਕੀਤੀ ਤਾਂ ਕੁਝ ਖਾਲਿਸਤਾਨੀਆਂ ਨੂੰ ਇਉਂ ਮਹਿਸੂਸ ਹੋਇਆ ਕਿ ਇਹ ਬੁਲਾਰਾ ਚੰਗਾ ਹੈ, ਕਿਉਂ ਨਾ ਇਸ ਨੂੰ ਆਪਣੇ ਹੱਕ ਵਿੱਚ ਬੋਲਣ ਲਈ ਵਰਤਿਆ ਜਾਵੇ। ਸੋ ਐਤਵਾਰ ਵਾਲੇ ਦਿਨ ਮੇਰੇ ਕੋਲ 4 ਖਾਲਿਸਤਾਨੀ ਬੰਦੇ ਆ ਗਏ। ਕਈ ਤਰ੍ਹਾਂ ਦੇ ਸਵਾਲ ਕੀਤੇ, ਮੇਰੀ ਜ਼ਿੰਦਗੀ ਬਾਰੇ ਵੀ ਕਈ ਕੁਝ ਉਹਨਾਂ ਨੇ ਪੁੱਛਿਆ। ਆਪਣੀ ਤਸੱਲੀ ਕਰ ਲੈਣ ਤੋਂ ਬਾਅਦ ਮੈਨੂੰ ਰੇਡੀਓ ਸਟੇਸ਼ਨ 'ਤੇ ਲੈ ਗਏ। 1 ਘੰਟਾ ਸਿੱਖਾਂ 'ਤੇ ਹੋਏ ਜ਼ੁਲਮ ਬਾਰੇ, ਭਾਰਤ ਸਰਕਾਰ ਵਿਰੁੱਧ ਅਤੇ ਖਾਲਿਸਤਾਨ ਦੇ ਹੱਕ ਵਿੱਚ ਬੋਲਣ ਲਈ ਗਿਆਨੀ ਇੰਦਰ ਸਿੰਘ ਨੂੰ ਉਹਨਾਂ ਨੇ ਸਮਾਂ ਦੇ ਦਿੱਤਾ। ਜੋ ਅਤਿਆਚਾਰ ਭਾਰਤ ਸਰਕਾਰ ਨੇ ਸਿੱਖਾਂ 'ਤੇ ਕੀਤੇ ਉਹਨਾਂ ਦਾ ਪੂਰਾ ਵੇਰਵਾ ਦੱਸਣ ਦੀ ਮੈਂ ਕੋਸ਼ਿਸ਼ ਕੀਤੀ। ਆਨੰਦਪੁਰ ਦੇ ਮਤੇ ਬਾਰੇ, ਧਰਮ ਯੁੱਧ ਮੋਰਚੇ ਬਾਰੇ, ਅਕਾਲੀ ਲੀਡਰਾਂ ਦੇ ਗਰਮਾ ਗਰਮ ਭਾਸ਼ਣਾਂ ਬਾਰੇ, ਸ਼ਹੀਦੀਆਂ ਲਈ ਤਿਆਰ ਹੋ ਜਾਓ ਦੇ ਨਾਅਰਿਆਂ ਬਾਰੇ ਸੰਖੇਪ ਵਿੱਚ ਮੈਂ ਸਭ ਕੁਝ ਰੇਡੀਓ 'ਤੇ ਬਿਆਨ ਕੀਤਾ। ਅੱਧਾ ਘੰਟਾ ਬੀਤ ਜਾਣ ਤੋਂ ਬਾਅਦ ਮੈਂ ਦੂਜਾ ਪੱਖ ਬਿਆਨ ਕਰਨਾ ਸ਼ੁਰੂ ਕਰ ਦਿੱਤਾ, ਭਾਵ ਕਿ ਸ਼ਿਕਾਰ ਭਾਵੇਂ ਗਿੱਦੜ ਦਾ ਕਰਨਾ ਹੋਵੇ ਪਰ ਤਿਆਰੀ ਸ਼ੇਰ ਦੇ ਸ਼ਿਕਾਰ ਦੀ ਕਰਨੀ ਹੁੰਦੀ ਹੈ। ਮੈਂ ਖਾਲਿਸਤਾਨੀ ਭਰਾਵਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਨਾਲ ਆਜ਼ਾਦੀ ਦੀ ਲੜਾਈ ਲੜਨ ਵਾਸਤੇ ਉਹਨਾਂ ਨੇ ਦਰਬਾਰ ਸਾਹਿਬ ਨੂੰ ਆਪਣਾ ਟਿਕਾਣਾ ਕਿਉਂ ਬਣਾਇਆ? ਇਸ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੋਰਚੇਬੰਦੀ ਕਿਉਂ ਕੀਤੀ ਗਈ? ਬਾਹਰੋਂ ਬੈਂਕਾਂ ਲੁੱਟ ਕੇ ਆਪਣੇ ਵਿਰੋਧੀਆਂ ਨੂੰ ਕਤਲ ਕਰਕੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਆ ਕੇ ਕਿਉਂ ਪਨਾਹ ਲੈਂਦੇ ਸੀ? ਤੁਸੀਂ ਆਪਣੀ ਤਾਕਤ ਅਤੇ ਭਾਰਤ ਸਰਕਾਰ ਦੀ ਤਾਕਤ ਦਾ ਅੰਦਾਜ਼ਾ ਲਾਉਣ ਵਿੱਚ ਫੇਲ ਕਿਉਂ ਹੋ ਗਏ? ਜੇ ਤੁਸੀਂ ਹਥਿਆਰਬੰਦ ਗੁਰੀਲਾ ਜੰਗ ਲੜਨੀ ਹੀ ਸੀ ਤਾਂ ਆਪਣੀਆਂ ਛੁਪਣਗਾਹਾਂ ਕਿਸੇ ਹੋਰ ਥਾਂ 'ਤੇ ਬਣਾਉਂਦੇ। ਦਰਬਾਰ ਸਾਹਿਬ ਬਾਰੇ ਤਾਂ ਸਭ ਨੂੰ ਪਤਾ ਹੈ ਕਿ ਇੱਥੇ ਕਿੰਨੇ ਕੁ ਖਾੜਕੂ ਛੁਪੇ ਹੋਏ ਹਨ। ਜਦੋਂ ਦਿਲ ਕਰੇ ਹਮਲਾ ਕੀਤਾ ਜਾ ਸਕਦਾ ਹੈ। ਫਿਰ ਤੁਹਾਡੀ ਕੋਈ ਕੇਂਦਰੀ ਜਥੇਬੰਦੀ ਨਹੀਂ ਸੀ। ਹਰ ਕੋਈ ਆਪਣੇ ਆਪ ਨੂੰ ਖਾਲਿਸਤਾਨ ਦਾ ਜਰਨਲ ਅਖਵਾਰਿਆ ਸੀ। ਬੰਦੇ ਭਾਵੇਂ 2-4 ਹੀ ਨਾਲ ਹੋਣ, ਖਾਲਿਸਤਾਨ ਕਿੱਥੋਂ ਤੱਕ ਹੋਵੇਗਾ? ਸਰਕਾਰ ਨੇ ਅਗਰ ਗੱਲਬਾਤ ਵਾਸਤੇ ਬੁਲਾਇਆ ਤਾਂ ਕੌਣ ਜਾਵੇਗਾ, ਕਦੀ ਸੋਚਿਆ ਹੈ? ਸਰਕਾਰੀ ਟਾਊਟ ਜਥੇਬੰਦੀਆਂ ਵਿੱਚ ਕਿੰਨੇ ਕੁ ਦਾਖਲ ਹੋ ਚੁੱਕੇ ਹਨ, ਕਦੀ ਇਸ ਗੱਲ ਦਾ ਡੂੰਘਾਈ ਨਾਲ ਅਧਿਐਨ ਕੀਤਾ ਹੈ? ਤੇ ਤੁਹਾਨੂੰ ਜਿਹੜੀ ਸਹਾਇਤਾ ਹੈ, ਕੋਈ ਦੁਨੀਆ ਦਾ ਹੋਰ ਦੇਸ਼ ਆਰਥਿਕ ਅਤੇ ਹਥਿਆਰਾਂ ਆਦਿਕ ਦੀ ਸਹਾਇਤਾ ਦੇਣ ਵਾਸਤੇ ਤਿਆਰ ਹੈ? ਕਿਸੇ ਜਥੇਬੰਦੀ ਨਾਲ, ਕਿਸੇ ਦੇਸ਼ ਨਾਲ ਤੁਹਾਡਾ ਕੋਈ ਸੰਪਰਕ ਕਦੀ ਹੋਇਆ? ਤੁਸੀਂ ਪੜ੍ਹ ਲੈਂਦੇ ਲੈਨਨ ਅਤੇ ਤਾਸਕੀ ਦਾ ਜੀਵਨ। ਉਹਨਾਂ ਨੇ ਕਿਵੇਂ ਰੂਸ ਵਿੱਚ ਕ੍ਰਾਂਤੀ ਲਿਆਂਦੀ, ਕਿਵੇਂ ਲਗਾਤਾਰ ਲੜਾਈ ਲੜੀ, ਆਪਣੇ ਲੋਕਾਂ ਨੂੰ ਜਾਗਰਤ ਕੀਤਾ। ਤੁਸੀਂ ਪੜ੍ਹਦੇ ਆਇਤੁੱਲਾ ਖਮੀਨੀ ਬਾਰੇ, ਜਿਸ ਨੇ ਸ਼ਾਹ ਰਜ਼ਾ ਪਹਿਲਵੀ ਨੂੰ ਈਰਾਨ ਵਿੱਚੋਂ ਭੱਜ ਜਾਣ 'ਤੇ ਕਿਵੇਂ ਮਜਬੂਰ ਕਰ ਦਿੱਤਾ। ਤੁਸੀਂ ਪੜ੍ਹਦੇ ਦੱਖਣੀ ਅਫਰੀਕਾ ਦੇ ਨੈਲਸਨ ਮੰਡੇਲਾ ਨੂੰ, ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ 30 ਸਾਲ ਲੜਾਈ ਲੜੀ ਪਰ ਹਾਰ ਨਹੀਂ ਮੰਨੀ, ਅੰਤ ਨੂੰ ਆਪਣਾ ਦੇਸ਼ ਆਜ਼ਾਦ ਕਰਵਾ ਲਿਆ। ਤੁਸੀਂ ਪੜ੍ਹਦੇ ਲੀਬੀਆ ਦੇ ਬਹਾਦਰ ਉਮਰ ਅਲ ਮੁਖਤਾਰ ਬਾਰੇ ਕਿ ਉਸਨੇ ਕਿਵੇਂ ਆਪਣੇ ਲੋਕਾਂ ਦੀ ਆਜ਼ਾਦੀ ਵਾਸਤੇ ਉਹਨਾਂ ਨੂੰ ਤਿਆਰ ਕੀਤਾ ਤੇ ਖੁਦ ਕਿੰਨੇ ਔਖੇ ਕਾਰਜ ਕੀਤੇ। ਤੁਸੀਂ ਪੜ੍ਹਦੇ ਫਲਸਤੀਨ ਦੇ ਯਾਸਰ ਅਰਾਫਾਤ ਬਾਰੇ, ਜਿਸ ਨੇ ਕੁਝ ਵੀ ਨਾ ਹੁੰਦਿਆਂ ਆਪਣਾ ਪੱਖ ਦੁਨੀਆ ਸਾਹਮਣੇ ਰੱਖਿਆ ਤੇ ਆਜ਼ਾਦੀ ਪ੍ਰਾਪਤ ਕੀਤੀ, ਲੋਕਾਂ ਤੋਂ ਸਹਾਇਤਾ ਲਈ। ਤੁਹਾਨੂੰ ਪੜ੍ਹਨਾ ਚਾਹੀਦਾ ਸੀ ਨੇਪਾਲ ਦੇ ਖਾੜਕੂ ਯੋਧੇ ਪ੍ਰਚੰਡਾ ਬਾਰੇ, ਕਿਵੇਂ 30 ਸਾਲ ਤੋਂ ਉਹ ਹਕੂਮਤ ਵਿਰੁੱਧ ਲੜਦਾ ਆ ਰਿਹਾ ਹੈ। ਸਰਕਾਰ ਦੀਆਂ ਨਜ਼ਰਾਂ ਵਿੱਚ ਭਿਆਨਕ ਅੱਤਵਾਦੀ ਪ੍ਰਚੰਡਾ ਆਪਣੇ ਹੱਕ ਵਿੱਚ ਲੋਕ ਰਾਏ ਬਣਾਉਣ ਵਿੱਚ ਕਾਮਯਾਬ ਹੋਇਆ। ਖੂੰਖਾਰ ਖਾੜਕੂ ਤੋਂ ਸਿੱਧਾ ਨੇਪਾਲ ਦਾ ਰਾਸ਼ਟਰਪਤੀ ਕਿਵੇਂ ਬਣ ਗਿਆ, ਤੁਹਾਨੂੰ ਪੜ੍ਹਨਾ ਚਾਹੀਦਾ ਸੀ। ਤੁਹਾਨੂੰ ਪੜ੍ਹਨਾ ਚਾਹੀਦਾ ਸੀ ਤਾਮਿਲ ਟਾਈਗਰ ਦੇ ਲੰਕਾ ਨਿਵਾਸੀ ਪ੍ਰਭਾਕਰਨ ਬਾਰੇ, ਜੋ ਆਜ਼ਾਦੀ ਲਈ ਗੁਰੀਲਾ ਜੰਗ ਲੜਦਾ ਰਿਹਾ। ਤੁਹਾਨੂੰ ਪੜ੍ਹਨਾ ਚਾਹੀਦਾ ਸੀ ਗੁਰੂ ਸਾਹਿਬਾਨ ਦਾ ਸ਼ਾਂਤ ਯੁੱਧ ਅਤੇ ਹਥਿਆਰਬੰਦ ਯੁੱਧ। ਤੁਸੀਂ ਪੜ੍ਹਦੇ ਬੰਦਾ ਸਿੰਘ ਬਹਾਦਰ ਦੇ ਲਾਮਿਸਾਲ ਕਾਰਨਾਮੇ। ਤੁਸੀਂ ਧਿਆਨ ਨਾਲ ਪੜ੍ਹਦੇ ਮਿਸਲਾਂ ਦਾ ਭਿਆਨਕ ਦੌਰ। ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ ਕਿ ਇਸ ਮਿਸਲਾਂ ਦੇ ਭਿਆਨਕ ਦੌਰ ਵਿੱਚ ਇੱਕ ਜਾਂਬਾਜ਼ ਸੂਰਮਾ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ। ਫਿਰ ਉਸਨੇ ਸਾਰੀਆਂ ਮਿਸਲਾਂ ਨੂੰ ਇਕੱਠੀਆਂ ਕਰਕੇ ਸਿੱਖ ਰਾਜ ਕਿਵੇਂ ਸਥਾਪਿਤ ਕੀਤਾ। ਤੁਸੀਂ ਪੜ੍ਹਦੇ ਕਿ ਗੋਰੇ ਸਾਰੀ ਦੁਨੀਆ ਵਿੱਚ ਕਿਵੇਂ ਫੈਲ ਗਏ ਤੇ ਅੱਜ ਤੱਕ ਕਿਵੇਂ ਰਾਜ ਕਰਦੇ ਆ ਰਹੇ ਨੇ। ਅਜਿਹਾ ਬਹੁਤ ਸਾਰਾ ਗਿਆਨ ਹਾਸਲ ਕਰਕੇ ਜੰਗ ਸ਼ੁਰੂ ਕਰਦੇ ਤਾਂ ਕਾਮਯਾਬੀ ਦੇ
ਆਸਾਰ ਬਣ ਸਕਦੇ ਸਨ। ਖਾਲਿਸਤਾਨ ਦਾ ਝੰਡਾ ਚੁੱਕਣ ਵਾਲਿਆਂ ਨੂੰ ਰਾਜਸੀ ਦੋ ਪੇਚਾਂ ਦੀ ਕੋਈ ਜਾਣਕਾਰੀ ਨਹੀਂ ਸੀ। ਆਪਣੀਆਂ ਜਾਨਾਂ ਤਾਂ ਵਾਰ ਗਏ, ਪਰ ਉਸ ਨਾਲ ਪ੍ਰਾਪਤੀ ਪੰਥ ਨੂੰ ਕੋਈ ਨਹੀਂ ਹੋਈ। ਸਿਆਣਾ ਲੀਡਰ ਉਹ ਹੁੰਦਾ ਹੈ ਜਿਹੜਾ ਘੱਟ ਨੁਕਸਾਨ ਕਰਵਾ ਕੇ ਆਪਣੇ ਲੋਕਾਂ ਦਾ ਬਹੁਤਾ ਫਾਇਦਾ ਕਰਵਾ ਸਕੇ। ਬਚੇ ਹੋਏ ਖਾਲਿਸਤਾਨੀ ਵਿਦੇਸ਼ਾਂ ਵਿੱਚ ਲੁਕੇ ਹੋਏ ਹਨ ਜਾਂ ਖਾਲਿਸਤਾਨ ਦੇ ਨਾਮ 'ਤੇ ਪੈਸਾ ਇਕੱਠਾ ਕਰ ਰਹੇ ਨੇ ਤੇ ਪੰਥ ਦਾ ਕੁਝ ਵੀ ਸੰਵਾਰ ਨਹੀਂ ਰਹੇ। ਆਪੋ ਆਪਣੀਆਂ ਜਾਇਦਾਦਾਂ ਬਣਾਉਣ ਤੇ ਲੱਗੇ ਹੋਏ ਨੇ, ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ਾਂ ਵਿੱਚ ਬੁਲਾ ਕੇ ਸੈੱਟ ਕਰਵਾਉਣ ਲੱਗੇ ਹੋਏ ਨੇ। ਜਦੋਂ ਮੈਂ ਸਟੂਡੀਓ ਵਿੱਚੋਂ ਬਾਹਰ ਆਇਆ, ਬਾਹਰ ਵੱਡਾ ਇਕੱਠ ਵੇਖ ਕੇ ਮੇਰੇ ਤਾਂ ਮਨ ਨੂੰ ਤਰਾਹ ਹੀ ਨਿਕਲ ਗਿਆ। ਮਨਾ, ਇਹ ਕੌਣ ਲੋਕ ਹਨ? ਆਪਣੇ ਹਨ ਜਾਂ ਵਿਰੋਧੀ ਨੇ? ਖਾਲਿਸਤਾਨੀਆਂ ਨੇ ਤਾਂ ਮੇਰੀ ਚੰਗੀ ਲਾਪਾ ਕੀਤੀ, ਬਹੁਤ ਗਾਲਾਂ ਦਿੱਤੀਆਂ ਕਿ ਅਗਰ ਸਾਨੂੰ ਪਤਾ ਹੁੰਦਾ ਤੂੰ ਇਹੋ ਜਿਹਾ ਭੈੜਾ ਬੰਦਾ ਹੈ ਤਾਂ ਅਸੀਂ ਤੈਨੂੰ ਕਦੀ ਇੱਥੇ ਵਕਤ ਨਾ ਦਵਾਉਂਦੇ। ਤੂੰ ਸਾਡਾ ਛੱਡਿਆ ਕੱਖ ਨਹੀਂ। ਮੇਰੇ ਹਮਾਇਤੀਆਂ ਨੇ ਮੈਨੂੰ ਆਪਣੇ ਘੇਰੇ ਵਿੱਚ ਲੈ ਲਿਆ, ਖੂਬ ਹੌਸਲਾ ਅਫਜ਼ਾਈ ਕੀਤੀ, ਕਿਸੇ ਦੇ ਘਰ ਲੈ ਗਏ। ਉੱਥੇ ਜਾ ਕੇ ਅਖੌਤੀ ਖਾਲਿਸਤਾਨੀਆਂ ਦੀਆਂ ਹੋਰ ਬਹੁਤ ਸਾਰੀਆਂ ਮੰਦੀਆਂ ਕਰਤੂਤਾਂ ਮੈਨੂੰ ਦਸੀਆਂ। ਇਸ ਗੁਰਦੁਆਰੇ ਵਿੱਚ ਫਿਰ ਕਥਾ ਦਾ ਵਕਤ ਭਲਾ ਮੈਨੂੰ ਕਿਉਂ ਦੇਣਗੇ? ਫਿਰ ਆਪਾਂ ਇਸ ਗੁਰਦੁਆਰੇ ਵਿੱਚੋਂ ਦੂਰ ਦੇ ਸ਼ਹਿਰ ਗਰੇਵਜੰਡ ਚਲੇ ਗਏ, ਜਿਹੜਾ ਕਿ ਖਾਲਿਸਤਾਨੀਆਂ ਦੀ ਪਹੁੰਚ ਤੋਂ ਵੀ ਬਾਹਰ ਹੈ ਤੇ ਕੁਝ ਨਾ ਕੁਝ ਗੁਰਮਤ ਦੀ ਗੱਲ ਉਹ ਪਸੰਦ ਵੀ ਕਰਦੇ ਨੇ। ਉਹਨਾਂ ਨੇ ਮੈਨੂੰ ਕਾਫੀ ਲੰਮੇ ਸਮੇਂ ਤੱਕ ਇੱਕ ਉੱਥੇ ਭਗਤ ਰਵਿਦਾਸ ਜੀ ਦੇ ਨਾਮ 'ਤੇ ਗੁਰਦੁਆਰਾ ਹੈ, ਉੱਥੇ ਵੀ ਮੈਂ ਕਥਾ ਕੀਤੀ ਤੇ ਦੂਜਾ ਗਰੇਵਜੰਡ ਦੇ ਵਿੱਚ ਜਿਹੜਾ ਮੁੱਖ ਗੁਰਦੁਆਰਾ ਹੈ ਉਹਦੇ ਵਿੱਚ ਵੀ ਮੈਂ ਕਥਾ ਕੀਤੀ। ਉਹਨਾਂ ਨੇ ਬਹੁਤ ਮਾਣ ਸਨਮਾਨ ਦਿੱਤਾ। ਤੋ ਇਹੋ ਜਿਹਾ ਬਹੁਤ ਕੁਝ ਮੇਰੇ ਨਾਲ ਵਾਪਰਦਾ ਰਿਹਾ ਤੇ ਮੈਂ ਇਸੇ ਹਾਲਾਤ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਲਗਾਤਾਰ ਕੰਮ ਕਰਦਾ ਰਿਹਾ। ਤੁਸੀਂ ਇਹਨਾਂ ਖਾਲਿਸਤਾਨੀਆਂ ਬਾਰੇ ਜਾਂ ਜਿਹੜੇ ਅਖੌਤੀ ਖਾੜਕੂ ਨੇ ਇਹਨਾਂ ਬਾਰੇ ਕੀ ਵਿਚਾਰ ਰੱਖਦੇ ਹੋ? ਜਰਾ ਆਪ ਆਪਣੇ ਅੰਦਰ ਝਾਤੀ ਮਾਰਨੀ, ਗਹਿਰਾਈ ਨਾਲ ਪਰਖ ਪੜਚੋਲ ਜ਼ਰੂਰ ਕਰਨੀ। ਆਖੋ ਸਤਨਾਮ।